Hello students, welcome to the English learning class. Welcome to the class to my all learners. बच्चों, we are to do today's topic the story of my life. Chapter written by Helen Keller. ਅੱਜ ਇਸ ਚੈਪਟਰ ਨੂੰ ਜਾਣਨ ਤੋਂ ਪਹਿਲੇ ਆਪਾਂ ਕੁਝ ਆਥਰ ਬਾਰੇ ਜਾਣਦੇ ਹਾਂ ਜਿਸ ਨੇ ਚੈਪਟਰ ਲਿਖਿਆ ਹੈ ਉਸ ਦਾ ਨਾਮ ਹੈ ਹੈਲਨ ਕੈਲਰ. Before going through the chapter, we must know something about Helen Keller. बच्चों, हेलन केलर एक अमेरिकन ऑथर है एंड शी वॉज बॉर्न ऑन 27 जून 1880 एंड डाइड ऑन 1 जून 1968. स्टूडेंट्स, डू यू नो हेलन केलर बिकेम ब्लाइंड एंड डेफ थ्रू फीवर एट द एज ऑफ 19 मंथ्स. ਤੁਹਾਨੂੰ ਪਤਾ ਹੈ ਬੱਚਿਓ ਕਿ ਹੈਲਨ ਕੈਲਰ ਬੁਖਾਰ ਨਾਲ ਪੀੜਿਤ ਹੋਣ ਕਰਕੇ ਜਦੋਂ 19 ਮਹੀਨਿਆਂ ਦੀ ਉਮਰ ਵਿੱਚ ਇਹ ਅੰਨੀ ਤੇ ਬੋਲੀ ਹੋ ਗਈ ਸੀ. she lost her power to see, she lost her power to hear, and students, she was both blind and deaf. ਅੰਨੀ ਵੀ ਸੀ ਤੇ ਬੋਲੀ ਵੀ ਸੀ, ਨਾ ਤਾਂ ਉਸਨੂੰ ਦਿਖਾਈ ਦਿੰਦਾ ਸੀ ਨਾ ਹੀ ਉਸਨੂੰ ਸੁਣਾਈ ਦਿੰਦਾ ਸੀ. she was the first deaf blind person to graduate from a college. ਔਰ ਇੱਕ ਉਪਲਬਧੀ ਹੈ ਉਸ ਦੇ ਲਈ, ਉਸਨੂੰ ਪ੍ਰਸ਼ੰਸਾ ਜਾਂਦੀ ਹੈ ਇਸ ਗੱਲ ਵਾਸਤੇ ਕਿ ਪਹਿਲੀ ਇਹੋ ਜਿਹੀ ਇਨਸਾਨ ਸਾਬਿਤ ਹੋਈ ਜਿਸ ਨੇ ਕਿ ਗ੍ਰੈਜੂਏਸ਼ਨ ਕੀਤੀ ਕਾਲਜ ਵਿੱਚੋਂ. ਉਸ ਤੋਂ ਪਹਿਲੇ ਕਿਸੇ ਵੀ ਡੈਫ ਐਂਡ ਬਲਾਈਂਡ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਸੀ. ਸ਼ੀ ਵਾਜ਼ ਅ ਰਾਈਟਰ ਐਂਡ ਲੈਕਚਰਰ. ਸ਼ੀ ਪਬਲਿਸ਼ਡ 14 ਬੁੱਕਸ. ਹਰ ਫਸਟ ਬੁੱਕ ਦ ਸਟੋਰੀ ਆਫ ਮਾਈ ਲਾਈਫ ਵਾਜ਼ ਟਰਾਂਸਲੇਟਡ ਇਨ 50 ਲੈਂਗੁਏਜ. ਜਿਹੜੀ ਉਸਦੀ ਕਿਤਾਬ ਦ ਸਟੋਰੀ ਆਫ ਮਾਈ ਲਾਈਫ ਆਟੋਬਾਇਓਗ੍ਰਾਫੀ ਸਵੈ ਜੀਵਨੀ 50 ਲੈਂਗੁਏਜਿਸ ਵਿੱਚ ਛਪੀ. ਹੁਣ ਤੁਸੀਂ ਜਾਣੋ ਬੱਚਿਓ ਕਿ ਜਦੋਂ ਉਹ ਬਹੁਤ ਛੋਟੀ ਸੀ ਐਂਡ ਸ਼ੀ ਬਿਕੇਮ ਬਲਾਈਂਡ ਐਂਡ ਡੈਫ, ਉਹਨਾਂ ਦਿਨਾਂ ਵਿੱਚ ਇਹੋ ਜਿਹੇ ਲੋਕਾਂ ਨਾਲ, ਖਾਸ ਤੌਰ 'ਤੇ ਅਪਾਹਿਜ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਰਤਾਵ ਹੁੰਦਾ ਸੀ. ਇਨ ਦੋਜ਼ ਡੇਜ਼ ਪੀਪਲ ਔਫਨ ਡਿਡਨਟ ਕੇਅਰ ਫॉर ਦ ਬਲਾਈਂਡ ਐਂਡ ਡੈਫ and the blind and deaf and other handicapped people, they used to be sent to the poor house or an asylum. ਮਤਲਬ ਇਹਨਾਂ ਨੂੰ ਕਿਸੇ ਆਸ਼ਰਮ 'ਚ ਭੇਜ ਦਿੱਤਾ ਜਾਂਦਾ ਸੀ ਜਾਂ ਬੇਸਹਾਰਿਆਂ ਦੇ ਰਹਿਣ ਵਾਲੇ ਘਰਾਂ ਵਿੱਚ ਭੇਜ ਦਿੱਤਾ ਜਾਂਦਾ ਸੀ. ਬਟ ਹੈਲਨ ਕੈਲਰ ਵਾਜ਼ ਡਿਟਰਮਿਨਡ. ਸ਼ੀ ਵੈਂਟ ਔਨ ਟੂ ਲਿਵ ਅ ਫੁਲਰ ਲਾਈਫ. ਹੈਲਨ ਕੈਲਰ ਜਿਹੜੀ ਸੀ ਬੜੀ ਦ੍ਰਿੜ ਨਿਸ਼ਚੇ ਵਾਲੀ ਸੀ. ਆਪਣੀ ਇਸ ਦ੍ਰਿੜ ਨਿਸ਼ਚੇ ਕਰਕੇ ਉਸਨੇ ਆਪਣੀ ਪੂਰੀ ਜ਼ਿੰਦਗੀ ਵਧੀਆ ਤਰੀਕੇ ਨਾਲ ਨਿਭਾਈ. Although she was blind and deaf, Helen Keller had a great gift for communication. Blind or deaf ਹੋਣ ਦੇ ਕਾਰਨ ਵੀ ਦੇ ਬਾਵਜੂਦ ਵੀ ਹੈਲਨ ਕੈਲਰ ਕੋਲ ਸੰਚਾਰਨ ਦੀ ਇੱਕ ਬਹੁਤ ਵਧੀਆ ਪ੍ਰਤਿਭਾ ਸੀ. ਉਸਨੇ ਜੋ ਬ੍ਰੇਲ ਸਿਸਟਮ ਹੈ ਉਸ ਨਾਲ ਪੜ੍ਹਨਾ ਅਤੇ ਲਿਖਣਾ ਸਿੱਖਿਆ. ਲੋਕਾਂ ਨੂੰ ਬੋਲਦੇ ਸਮੇਂ ਆਪਣੇ ਮੂੰਹਾਂ ਦੇ ਦੁਆਲੇ ਬਣਾਏ ਹੋਏ ਆਕਾਰਾਂ ਨੂੰ ਮਹਿਸੂਸ ਕਰਨਾ, ਉਹਨਾਂ ਦੇ ਮੂੰਹਾਂ ਦੀ ਜਿਹੜੀ ਕੰਪੀ ਹੈ ਉਹਨੂੰ ਮਹਿਸੂਸ ਕਰਕੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ. ਇਸ ਤਰ੍ਹਾਂ ਲਿਪਸ ਦੀ ਮੂਵਮੈਂਟ ਨੂੰ ਪੜ੍ਹਨਾ ਜਿਹੜਾ ਹੈ ਬਹੁਤ ਮੁਸ਼ਕਿਲ ਹੁੰਦਾ ਹੈ. ਬਹੁਤ ਸਾਰੇ ਲੋਕ ਜਿਹੜੇ ਹੈ ਲਿਪ ਰੀਡਿੰਗ ਆਸਾਨੀ ਨਾਲ ਨਹੀਂ ਕਰ ਸਕਦੇ, ਲੇਕਿਨ ਹੈਲਨ ਕੈਲਰ ਇਸ ਪਰਫੈਕਟ ਸੀ. ਤੋ ਉਸ ਤੋਂ ਬਾਅਦ ਦੇਖੋ ਬੱਚਿਓ, ਹੈਲਨ ਨੇ ਆਪਣੇ ਜੀਵਨ ਦੀ ਕਹਾਣੀ ਨੂੰ ਇਸ ਨਾਮ ਹੇਠ ਛਾਪਿਆ ਦ ਸਟੋਰੀ ਆਫ ਮਾਈ ਲਾਈਫ. ਇਸ ਨੂੰ ਲਿਖਣ ਵਿੱਚ ਹੈਲਨ ਕੈਲਰ ਦੀ ਟੀਚਰ ਸੁਲੇਵਾਨ ਅਤੇ ਜੌਨ ਮੈਸੀ ਨੇ ਮਦਦ ਕੀਤੀ. ਜੌਨ ਮੈਸੀ ਐਨੀ ਸੁਲੇਵਾਨ ਦਾ ਹਸਬੈਂਡ ਸੀ. ਇਸ ਕਿਤਾਬ ਨੂੰ 21 ਸਾਲ ਤੱਕ, ਇਹ ਜਿਹੜੀ ਕਿਤਾਬ ਹੈ ਹੈਲਨ ਕੈਲਰ ਦੇ 21 ਈਅਰਸ ਆਫ ਹਰ ਲਾਈਫ, 21 ਸਾਲ ਉਸਨੇ ਜ਼ਿੰਦਗੀ ਦੇ ਕਿਵੇਂ ਬਿਤਾਏ ਉਸ ਕਹਾਣੀ ਨੂੰ ਦੱਸਦੀ ਹੈ. ਉਸਦੇ ਕਾਲਜ ਦੀ ਪੜ੍ਹਾਈ ਦੇ ਦਿਨਾਂ ਵਿੱਚ ਇਹ ਲਿਖੀ ਗਈ ਸੀ ਔਰ ਜਿਵੇਂ ਪਹਿਲੇ ਹੀ ਦੱਸਿਆ ਹੈ ਕਿ 50 ਲੈਂਗੁਏਜਿਸ ਵਿੱਚ ਇਹ ਕਿਤਾਬ ਪਬਲਿਸ਼ ਹੋਈ. ਐਂਡ ਸ਼ੀ ਵਾਜ਼ ਦ ਫਸਟ ਡੈਫ ਐਂਡ ਬਲਾਈਂਡ ਪਰਸਨ ਟੂ ਅਰਨ ਅ ਬੈਚਲਰ ਆਫ ਆਰਟਸ ਡਿਗਰੀ. BA ਕੀਤੀ, ਪਹਿਲੀ ਫਸਟ ਬਲਾਈਂਡ ਐਂਡ ਡੈਫ ਪਰਸਨ ਸੀ ਜਿਸਨੇ ਗ੍ਰੈਜੂਏਸ਼ਨ ਕੀਤੀ. ਜਾਣਦੇ ਹਾਂ ਬੱਚਿਓ ਕਹਾਣੀ ਦੀ ਸਮਰੀ ਨੂੰ. ਹੈਲਨ ਕੈਲਰ ਵਾਜ਼ ਨੀਅਰਲੀ 7 years old when she met her teacher. ਤੁਹਾਨੂੰ ਪਤਾ ਹੈ ਕਿ ਜਦੋਂ ਉਸ ਦੀ ਟੀਚਰ ਐਨੇ ਸੁਲੇਵਾਨ ਦਾ ਅਰਾਈਵਲ ਦਾ ਦਿਨ ਸੀ, ਜਿਸ ਦਿਨ ਉਸਨੇ ਆਉਣਾ ਸੀ, ਤਾਂ ਉਹ ਹੈਲਨ ਕੈਲਰ ਬਹੁਤ ਐਕਸਾਈਟਿਡ ਸੀ. ਉਸਨੂੰ ਲੱਗ ਰਿਹਾ ਸੀ ਘਰ ਵਿੱਚ ਕੁਝ ਹਲਚਲ ਹੈ, ਕੋਈ ਆਉਣ ਵਾਲਾ ਹੈ. ਐਂਡ ਸ਼ੀ ਥੋਟ ਦੈਟ ਸਮਥਿੰਗ ਅਨਯੂਜ਼ੁਅਲ ਵਾਜ਼ ਗੋਇੰਗ ਟੂ ਹੈਪਨ. She was tense and anxious. She was waiting for something to happen. So that then she felt the approaching footstep. और ਉਹ footstep ਉਹਦੀ ਜ਼ਿੰਦਗੀ ਵਿੱਚ ਇੱਕ ਨਵਾਂ ਸਵੇਰਾ ਲੈ ਕੇ ਆਏ. She stretched out her hand. She expected her mother to take it. But someone else took her hand. ਉਹ ਕੌਣ ਸੀ? ਉਸਦੀ ਟੀਚਰ, ਉਸਦੀ ਅਧਿਆਪਕਾ.
ਇਟ ਵਾਜ਼ ਹਰ ਟੀਚਰ ਐਨੇ ਸੁਲੇਵਾਨ ਹੂ ਕੇਮ। ਉਸਦੀ ਅਧਿਆਪਿਕਾ ਸੀ। ਹੁਣ ਬੱਚਿਓ, ਐਨੇ ਮੈਨਸਫੀਲਡ ਸੁਲੇਵਾਨ ਸ਼ੀ ਵਾਜ਼ ਹੈਲਨ ਕੈਲਰਸ ਟੀਚਰ। ਫੋਟੋ ਵਿੱਚ ਦਿਖਾਇਆ ਗਿਆ ਹੈ, ਧਿਆਨ ਨਾਲ ਦੇਖੋ। ਹੈਲਨ ਕੈਲਰ ਸ਼ੀ ਇਜ਼ ਬਲਾਈਂਡ, ਡੈਫ। ਉਸ ਦੇ ਨਾਲ ਉਸਦੇ ਟੀਚਰ ਹੈ ਐਨੇ ਮੈਨਸਫੀਲਡ ਸੁਲੇਵਾਨ। ਔਰ ਉਸ ਤੋਂ ਬਾਅਦ ਬੱਚਿਓ ਨੈਕਸਟ ਦੇਖੋ ਤੁਸੀਂ, ਹੈਲਨ ਕੈਲਰ ਲਰਨਡ ਟੂ ਸਪੈਲ ਦ ਵਰਡਸ ਬਾਏ ਲਰਨਿੰਗ ਫਿੰਗਰ ਪਲੇ ਫਰੋਮ ਹਰ ਟੀਚਰ। ਹੈਲਨ ਕੈਲਰ ਨੇ ਫਿੰਗਰ ਪਲੇ ਰਾਹੀਂ ਆਪਣੀ ਟੀਚਰ ਕੋਲੋਂ ਸ਼ਬਦਾਂ ਦੇ ਸਪੈਲਿੰਗ ਲਿਖਣੇ ਸਿਖਾਏ। ਕਿਉਂਕਿ ਹੈਲਨ ਕੈਲਰ ਨੂੰ ਇਹ ਗੇਮ ਬੜੀ ਇੰਟਰਸਟਿੰਗ ਲੱਗੀ। ਸ਼ੀ ਫੈਲਟ ਇੰਟਰਸਟਿਡ ਇਨ ਦ ਫਿੰਗਰ ਪਲੇ ਐਂਡ ਟਰਾਈ ਟੂ ਇਮੀਟੇਟ ਇਟ। ਬਾਂਦਰਾਂ ਵਾਂਗ ਉਹਨੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਐਂਡ ਸ਼ੀ ਸਕਸੀਡਿਡ ਮੇਕਿੰਗ ਦ ਲੈਟਰਸ ਕਰੈਕਟਲੀ। ਸ਼ੀ ਫੈਲਟ ਹੈਪੀ ਐਂਡ ਪ੍ਰਾਊਡ ਐਂਡ moreover she was simply making her fingers go in monkey like imitation। ਤੁਹਾਨੂੰ ਮੈਂ ਪਹਿਲੇ ਕਿਹਾ ਹੈ ਕਿ ਜਿਵੇਂ monkeys imitation ਕਰਦੇ ਹਨ, ਨਕਲ ਕਰਦੇ ਹਨ, ਉਵੇਂ ਉਹਨੇ ਆਪਣੀਆਂ ਫਿੰਗਰਸ, ਉਹਨੇ ਵੀ ਬਿਲਕੁਲ ਨਕਲ ਵਿੱਚ ਆਪਣੀਆਂ ਫਿੰਗਰਸ ਚਲਾਈਆਂ। ਬਿਕੋਜ਼ she was not able to see and in fact she was not able to hear। she learned to spell a great many words। ਹੁਣ ਦੇਖੋ ਬੱਚਿਓ, ਹੈਲਨ was gifted a doll she was gifted a doll by her teacher which was made by the blind students of Perkins Institute। बहुत इंपॉर्टेंट है, याद रखना। फोटो विच भी ध्यान नाल देखो as it is being shown in the image। it's a doll from Perkins Institute of Blinds। ਇੱਕ ਇੰਸਟੀਟਿਊਟ ਸੀ ਜਿਸ ਦਾ ਨਾਮ ਸੀ ਪਰਕਿਨਸ ਇੰਸਟੀਟਿਊਟ ਆਫ ਬਲਾਈਂਡ, ਜਿੱਥੇ ਕਿ ਅੰਨੇ ਬੱਚੇ ਰਹਿੰਦੇ ਸਨ। ਉਹਨਾਂ ਬੱਚਿਆਂ ਨੇ ਇੱਕ ਡੋਲ ਬਣਾਈ ਸੀ ਔਰ ਉਹਨਾਂ ਨੇ ਹੈਲਨ ਨੂੰ ਗਿਫਟ ਕੀਤੀ। ਉਸਦੀ ਟੀਚਰ ਉਸ ਲਈ ਲੈ ਕੇ ਆਈ ਸੀ। Helen was gifted a doll by her teacher which was made by the blind students of Perkins Institute। Or the first word which Helen wrote when her fingers go in monkey like imitation was doll। ਪਹਿਲਾ ਸ਼ਬਦ ਜਿਹੜਾ ਉਹਨੇ ਸਿੱਖਿਆ ਨਕਲ ਕਰਕੇ, ਉਂਗਲੀਆਂ ਘੁਮਾਉਣ ਦੀ ਨਕਲ ਕਰਕੇ ਸਪੈਲਿੰਗ ਵਾਣੇ, that was doll। ਉਸਨੇ ਡੋਲ ਲਿਖਣਾ ਸਿੱਖਿਆ। ਹੁਣ ਦੇਖੋ, ਹੈਲਨ ਲਗਭਗ 7 ਸਾਲਾਂ ਦੀ ਸੀ ਜਦੋਂ ਉਹ ਆਪਣੇ ਅਧਿਆਪਕ ਨੂੰ ਮਿਲਦੀ ਹੈ। ਐਨ ਮੈਨਸਫੀਲਡ ਸੁਲੇਵਾਨ ਹੈਲਨ ਕੈਲਰ ਦੀ ਅਧਿਆਪਕਾ ਸੀ। ਹੈਲਨ ਕੈਲਰ ਅਤੇ ਐਨੇ ਸੁਲੇਵਾਨ ਉਸ ਦੀ ਅਧਿਆਪਕ ਜਿਹੜੀ ਹੈ, ਇਹ ਉਸ ਦਾ ਨਾਮ ਸੀ। ਹੈਲਨ ਕੈਲਰ ਨੇ ਆਪਣੇ ਅਧਿਆਪਕ ਤੋਂ ਫਿੰਗਰ ਪਲੇ ਸਿੱਖ ਕੇ ਸ਼ਬਦਾਂ ਨੂੰ ਸਪੈਲ ਕਰਨਾ ਸਿੱਖਿਆ। ਹੈਲਨ ਨੂੰ ਉਸਦੇ ਅਧਿਆਪਕ ਨੇ ਇੱਕ ਡੋਲ ਗਿਫਟ ਕੀਤੀ ਜੋ ਪਰਕਿਨਸ ਇੰਸਟੀਟਿਊਟ ਦੇ ਅੰਨੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਸੀ। ਪਰਕਿਨਸ ਇੰਸਟੀਟਿਊਟ ਬਲਾਈਂਡਸ ਤੋਂ ਮਿਲੀ ਡੋਲ ਤੋਂ ਪਹਿਲਾ ਸ਼ਬਦ ਜੋ ਹੈਲਨ ਨੇ ਲਿਖਿਆ ਸੀ ਜਦੋਂ ਉਸਦੀਆਂ ਉਂਗਲਾਂ ਇੱਕ ਮੰਕੀ ਲਾਈਕ ਇਮੀਟੇਸ਼ਨ ਕਰਦੀਆਂ ਸਨ, ਉਹ ਸੀ ਡੋਲ। ਨੈਕਸਟ ਹੁਣ ਦੇਖਦੇ ਹਾਂ ਅੱਗੇ ਜੋ ਉਸਦੀ ਜ਼ਿੰਦਗੀ ਵਿੱਚ ਕੁਝ ਹੋਰ ਇੰਟਰਸਟਿੰਗ ਹੋਇਆ ਜਦੋਂ ਉਸਨੂੰ ਲੈਂਗੁਏਜ ਬਾਰੇ ਪਤਾ ਚੱਲਿਆ ਕਿ ਭਾਸ਼ਾ ਕੀ ਚੀਜ਼ ਹੈ। ਕਿਉਂਕਿ ਜਿਹੜਾ ਬੱਚਾ ਬੋਲਾ ਹੈ ਔਰ ਅੰਨਾ ਹੈ, ਨਾ ਉਹ ਦੇਖ ਸਕਦਾ ਹੈ ਨਾ ਉਹ ਸੁਣ ਸਕਦਾ ਹੈ, ਉਸਨੂੰ ਕੀ ਪਤਾ ਕਿ ਉਹ ਕਮਿਊਨੀਕੇਟ ਕਿੱਦਾਂ ਕਰੇਗਾ, ਉਸਨੂੰ ਕੀ ਪਤਾ ਕਿ ਕੋਈ ਭਾਸ਼ਾ ਵੀ ਹੁੰਦੀ ਹੈ। ਤਾਂ ਉਸਨੂੰ ਜਿਹੜੀ ਪਹੇਲੀ ਹੈ ਕਿ ਅਸੀਂ ਦੂਜੇ ਤੱਕ ਆਪਣੇ ਵਿਚਾਰ ਕਿਵੇਂ ਸਾਂਝੇ ਕਰਨੇ ਹੈ, ਭਾਸ਼ਾ ਇੱਕ ਉਸਦਾ ਮਾਧਿਅਮ ਹੈ, ਇਹ ਪਹੇਲੀ ਦੀ ਸਮਝ ਉਹਨੂੰ ਕਿੱਦਾਂ ਆਈ। ਵਨ ਡੇ ਵਾਈਲ ਸ਼ੀ ਵਾਜ਼ ਪਲੇਇੰਗ ਵਿਦ ਹਰ ਨਿਊ ਡੋਲ, ਤੋ ਮਿਸ ਸੁਲੇਵਾਨ ਪੁੱਟ ਹਰ ਡੋਲ ਇਨਟੂ ਹਰ ਲੈਪ ਐਂਡ ਆਲਸੋ ਸਪੈਲਡ ਡੋਲ ਐਂਡ ਟਰਾਈ ਟੂ ਮੇਕ ਹਰ ਅੰਡਰਸਟੈਂਡ ਦੈਟ ਡੋਲ DOLL ਅਪਲਾਈ ਟੂ ਬੋਥ। ਇੱਕ ਦਿਨ ਜਦੋਂ ਉਹ ਖੇਲਦੀ ਸੀ, ਉਸਦੀ ਟੀਚਰ ਨੇ ਕੀ ਕੀਤਾ, ਜਿਹੜੀ ਡੋਲ ਸੀ ਉਸਦੀ ਗੋਦ ਵਿੱਚ ਰੱਖੀ ਔਰ ਨਾਲ ਹੀ ਉਸਦੇ ਹੱਥ 'ਤੇ ਆਪਣੀ ਉਂਗਲਾਂ ਨਾਲ ਡੋਲ ਸ਼ਬਦ ਵਾਇਆ। ਇਸ ਤੋਂ ਦੱਸਣਾ ਸ਼ੁਰੂ ਕੀਤਾ ਉਸਨੇ ਕਿ ਦੇਖੋ ਜੋ ਤੇਰੀ ਲੈਪ ਵਿੱਚ, ਜੋ ਤੇਰੀ ਗੋਦ ਵਿੱਚ ਚੀਜ਼ ਰੱਖੀ ਹੈ ਡੋਲ, ਉਹੀ ਉਹਨੂੰ ਇੱਦਾਂ ਲਿਖਦੇ ਹਨ। ਦੇ ਹੈਡ ਆਲਸੋ ਹੈਡ ਟਸਲ ਓਵਰ ਦ ਵਰਡ ਮਗ ਐਂਡ ਵਾਟਰ। ਇਸ ਢੰਗ ਨਾਲ ਉਸਨੇ ਡੋਲ ਤਾਂ ਸਿੱਖ ਲਈ, ਲੇਕਿਨ ਉਸਦੀ ਟਸਲ ਹੋ ਗਈ, ਥੋੜ੍ਹਾ ਝਗੜਾ ਹੋ ਗਿਆ ਆਪਣੀ ਟੀਚਰ ਨਾਲ ਦੋ ਸ਼ਬਦਾਂ ਦੇ ਉੱਤੇ, ਮਗ ਐਂਡ ਵਾਟਰ। ਮਗ ਐਂਡ ਵਾਟਰ ਰੀਜ਼ਨ ਕੀ ਸੀ, MUG ਮਗ ਐਂਡ WATER ਵਾਟਰ। ਇਹਨਾਂ ਦੋਨਾਂ ਵਿੱਚ ਡਿਫਰੈਂਸ ਨਹੀਂ ਸਮਝਦੀ ਸੀ ਹੈਲਨ ਕੈਲਰ। ਸੁਲੇਵਾਨ ਨੇ ਜਦੋਂ ਟਰਾਈ ਕੀਤਾ ਕਿ ਮਗ ਇਜ਼ ਮਗ ਐਂਡ ਵਾਟਰ ਇਜ਼ ਵਾਟਰ, ਲੇਕਿਨ ਹੈਲਨ ਦੋਨਾਂ ਨੂੰ ਕਨਫਿਊਜ਼ ਕਰ ਰਹੀ ਸੀ। ਉਸਨੇ ਕਦੀ ਪਾਣੀ ਨੂੰ ਸੈਪਰੇਟ ਦੇਖਿਆ ਨਹੀਂ ਸੀ ਮਗ ਨਾਲੋਂ। ਦੈਟਸ ਵਾਈ ਉਹ ਮਗ ਐਂਡ ਵਾਟਰ ਨੂੰ ਇੱਕ ਆਈਡੈਂਟੀਟੀ ਦੇ ਰਹੀ ਸੀ। ਟੂ ਵੈਂਟ ਆਊਟ ਹਰ ਐਂਗਰ, ਆਪਣਾ ਗੁੱਸਾ ਬਾਹਰ ਕੱਢਣ ਲਈ ਹੈਲਨ ਬ੍ਰੋਕ ਦ ਡੋਲ। ਹੈਲਨ ਨੇ ਡੋਲ ਜਿਹੜੀ ਹੈ ਤੋੜ ਦਿੱਤੀ ਹੇਠਾਂ ਸੁੱਟ ਕੇ। ਦੇਖੋ ਡੋਲ ਦੇ ਟੁਕੜੇ, ਟੁੱਟੀ ਹੋਈ ਡੋਲ ਦੇ ਪੀਸਿਸ, ਐਂਡ she was keenly delighted when she felt that fragments of the broken doll at her feet।
ਬਹੁਤ ਖੁਸ਼ ਹੋਈ ਜਦੋਂ ਉਸਨੂੰ ਨਾ ਡੋਲ ਦੇ ਟੁੱਟੇ ਹੋਏ ਟੁਕੜੇ ਆਪਣੇ ਪੈਰਾਂ 'ਚ ਨਜ਼ਰ ਆਏ। ਉਸਨੇ ਸੋਚਿਆ ਜਿਹੜੀ ਲੜਾਈ ਵਾਲੀ ਚੀਜ਼ ਸੀ ਉਸਨੂੰ ਮੈਂ ख़त्म ਕਰ ਦਿੱਤਾ। ਲੇਕਿਨ ਮਿਸ ਸੁਲੇਵਾਨ ਜਿਹੜੀ ਟੀਚਰ ਸੀ ਉਸਨੇ ਥੋੜ੍ਹੀ ਦੇਰ ਲਈ ਤਾਂ ਉਸਨੂੰ ਮੱਗ ਐਂਡ ਵਾਟਰ ਦਾ ਡਿਫਰੈਂਸ ਸਮਝਾਉਣਾ ਬੰਦ ਕਰਤਾ। ਲੇਕਿਨ ਸ਼ੁਰੂਆਤ ਕੀਤੀ ਉਸਨੇ ਮੁੜ ਕੇ ਇਸ ਦੀ। ਔਰ ਕਿੱਦਾਂ ਸ਼ੁਰੂਆਤ ਕੀਤੀ? ਸ਼ੀ ਟੁਕ ਹੈਲਨ ਟੂ ਦਾ ਵੈਲ ਹਾਊਸ, ਖੂਹ ਵਾਲੇ ਘਰ 'ਤੇ ਲੈ ਗਈ। ਜਿੱਥੇ ਖੂਹ ਬਣਿਆ ਸੀ ਨਾ, ਖੂਹ ਦੇ ਉੱਤੇ ਇੱਕ ਘਰ ਬਣਿਆ ਹੋਇਆ ਸੀ, ਉੱਥੇ ਲੈ ਕੇ ਜਾਂਦੀ ਹੈ। ਐਂਡ ਸ਼ੀ ਪੁੱਟ ਹਰ ਹੈਂਡ ਅੰਡਰ ਦ ਸਪਾਊਟ। ਸਪਾਊਟ ਕੀ ਹੈ? ਨਲਕੇ ਦਾ ਅਗਲਾ ਮੂੰਹ ਜਿਹੜਾ ਹੈ, ਉਸਨੇ ਸਪਾਊਟ ਹੇਠ ਉਸਦਾ ਹੱਥ ਕੀਤਾ। ਤੋ ਹੁਣ ਦੇਖੋ ਵੈਲ ਹਾਊਸ 'ਤੇ ਸ਼ੀ ਵਾਜ਼ ਉਸਨੂੰ ਲੈ ਕੇ ਜਾਂਦੀ ਹੈ। ਐਂਡ ਦੇ ਵਾਕ ਟੂ ਵੈਲ ਹਾਊਸ। ਸ਼ੀ ਪਲੇਸ ਹਰ ਹੈਂਡ ਅੰਡਰ ਦ ਸਪਾਊਟ। ਦ ਕੂਲ ਸਟਰੀਮ ਆਫ ਵਾਟਰ ਫਲੋਡ ਓਵਰ ਹੈਲਨਸ ਵਨ ਹੈਂਡ। ਦੇਖ ਰਹੇ ਹੋ ਤੁਸੀਂ, ਪਾਣੀ ਦੀ ਠੰਡੀ ਧਾਰ ਹੈਲਨ ਦੇ ਇੱਕ ਹੱਥ 'ਤੇ ਲਗਾਤਾਰ ਪੈ ਰਹੀ ਹੈ। ਔਰ ਦੂਜੇ ਹੱਥ 'ਤੇ ਟੀਚਰ ਨੇ ਲਿਖ ਦਿੱਤਾ ਕਿਹੜਾ ਸ਼ਬਦ? WATER ਵਾਟਰ। ਇਨਟੂ ਦ ਅਦਰ ਹੈਂਡ, ਫਸਟ ਸਲੋਲੀ ਦੈਨ ਕੁਇਕਲੀ। ਨਾਓ ਹੈਲਨ ਸਟੂਡ ਸਟਿਲ। ਹੁਣ ਹੈਲਨ ਨੂੰ ਕੁਝ ਸਮਝ ਆ ਰਿਹਾ ਸੀ। ਹਰ ਹੋਲ ਅਟੈਂਸ਼ਨ ਵਾਜ਼ ਫਿਕਸਡ ਅਪੋਨ ਦ ਮੋਸ਼ਨਸ ਆਫ ਫਿੰਗਰਸ। ਉਹ ਸਾਰਾ ਧਿਆਨ ਜਾ ਰਿਹਾ ਸੀ ਟੀਚਰ ਦੀਆਂ ਫਿੰਗਰਸ ਕਿੱਦਾਂ ਮੂਵ ਕਰ ਰਹੀਆਂ ਹਨ ਉਸਦੇ ਹੱਥ ਦੇ ਉੱਤੇ ਵਾਟਰ ਲਿਖਦਿਆਂ ਹੋਇਆਂ। ਸਮ ਹਾਊ ਦ ਮਿਸਟਰੀ ਆਫ ਲੈਂਗੁਏਜ ਵਾਜ਼ ਰਿਵੀਲਡ। ਹੁਣ ਉਸਨੂੰ ਪਤਾ ਚੱਲ ਰਿਹਾ ਸੀ ਕਿ ਹਰ ਚੀਜ਼ ਦਾ ਇੱਕ ਨਾਮ ਹੈ ਔਰ ਨਾਮ ਇੱਕ ਭਾਸ਼ਾ ਵਿੱਚ ਹੈ। ਔਰ ਉਸਨੂੰ ਪਤਾ ਚੱਲਿਆ ਕਿ ਅਸੀਂ ਕਮਿਊਨੀਕੇਟ ਕਰਨ ਲਈ ਕਿਸੇ ਲੈਂਗੁਏਜ ਦਾ ਇਸਤੇਮਾਲ ਕਰਦੇ ਹਾਂ। ਪਹਿਲੀ ਵਾਰ ਉਸਨੂੰ ਪਤਾ ਚੱਲਿਆ ਆਪਣੇ ਵਿਚਾਰਾਂ ਨੂੰ ਅਸੀਂ ਇੱਕ ਆਪਣੇ ਭਾਵਾਂ ਨੂੰ ਕੋਈ ਸ਼ਾਬਦਿਕ ਰੂਪ ਜਿਹੜਾ ਦੇਣਾ ਹੈ ਉਹ ਭਾਸ਼ਾ ਹੈ। ਇਸ ਤਰ੍ਹਾਂ ਵੈਨ ਵਿਦ ਦ ਕੂਲ ਸਟਰੀਮ ਆਫ ਵਾਟਰ ਦ ਟੀਚਰ ਰੋਟ ਔਨ ਦ ਅਦਰ ਹੈਂਡ ਵਾਟਰ ਵਿਦ ਹਰ ਫਿੰਗਰਸ। ਦਿਸ ਹੈਲਪਡ ਇਨ ਸੋਲਵਿੰਗ ਦ ਕਨਫਿਊਜ਼ਨ ਦੈਟ ਲਿਵਿੰਗ ਵਰਡ ਅਵੇਕਨਡ ਹੈਲਨਸ ਸਾਊਲ। ਇਸ ਜੀਂਦੇ ਜਾਗਦੇ ਸ਼ਬਦ ਨੇ, ਵਗਦੇ ਹੋਏ ਪਾਣੀ ਨੇ, ਜੋ ਹੱਥ 'ਤੇ ਵਗ ਰਿਹਾ ਸੀ ਪਾਣੀ, ਉਸਨੇ ਜਿਵੇਂ ਉਸਨੂੰ ਨਵੀਂ ਜ਼ਿੰਦਗੀ ਦੇ ਦਿੱਤੀ। Somehow the mystery of language was revealed, and she knew then that WATER meant the wonderful cool something that was flowing over her hand. She left the well house and she was eager to learn. ਹੁਣ ਉਹ ਹੋਰ ਸ਼ਬਦ ਸਿੱਖਣਾ ਚਾਹ ਰਹੀ ਸੀ। Everything had a name. Each name gave birth to new thought. And on reaching the house, she remembered that she had broken the doll. And she felt her way to the places of the broken doll. In fact, place of the broken doll. ਜਿੱਥੇ ਉਹਨੇ ਡੋਲ ਤੋੜੀ ਸੀ ਉਸ ਪਲੇਸ 'ਤੇ ਜਾਂਦੀ ਹੈ। she felt her way to there and she tried to put all the pieces in like a jigsaw puzzle together, but then her eyes filled with tears because she was unable to do it. She was sorry for that and whatever she had done. But after that she learned many words. ਉਸਨੂੰ ਇੱਕ ਜੋਏ ਮਿਲੀ, ਖੁਸ਼ੀ ਮਿਲੀ, ਹੋਪ ਮਿਲੀ ਔਰ ਉਸਦੀ ਆਤਮਾ ਜਿਵੇਂ ਫਰੀ ਹੋਈ। ਨਾਓ ਹੈਲਨ ਕੁਡ ਸੀ ਲਾਈਫ ਇਨ ਐਵਰੀਥਿੰਗ ਐਂਡ ਹਰ ਸਾਊਲ ਵਾਜ਼ ਅਵੇਕਨਡ। ਸ਼ੀ ਵਾਜ਼ ਵੈਰੀ ਹੈਪੀ। ਸ਼ੀ ਲੇ ਇਨ ਹਰ crib and she longed for new day to come to learn new words. Helen learned a great many new words that day. ਉਸਨੇ ਹੋਰ ਵੀ ਬੜੇ ਸ਼ਬਦ ਸਿੱਖੇ। ਕਿਹੜੇ? ਵਾਟਰ ਵੀ ਸਿੱਖਿਆ। ਸਭ ਤੋਂ ਪਹਿਲਾ ਸ਼ਬਦ ਉਸਨੇ ਡੋਲ ਸਿੱਖਿਆ ਸੀ। ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਵਾਟਰ ਐਂਡ ਮੱਗ ਦੀ ਟਸਲ ਤੋਂ ਬਾਅਦ ਉਸਨੇ ਵਾਟਰ ਦੀ ਸੈਪਰੇਟ ਆਈਡੈਂਟਿਟੀ ਨੂੰ ਜਾਣਿਆ ਵੈਲ ਹਾਊਸ 'ਤੇ ਜਾ ਕੇ। ਔਰ ਉਸ ਦਿਨ ਉਸਨੇ ਸਿੱਖਿਆ ਮਦਰ, ਫਾਦਰ, ਸਿਸਟਰ, ਟੀਚਰ। ਇਹ ਸ਼ਬਦ ਸਿੱਖੇ। ਇਹ ਉਹ ਸ਼ਬਦ ਜਿਹਦੇ ਨਾਲ ਕਿ ਸੰਸਾਰ ਰਚਿਆ ਗਿਆ ਹੈ। ਸਾਡੇ ਸੰਸਾਰ ਦੇ ਸਭ ਤੋਂ ਕਲੋਜ਼ ਰਿਲੇਸ਼ਨਸ ਹਨ ਮਦਰ, ਫਾਦਰ, ਸਿਸਟਰ, ਟੀਚਰ। It would have been difficult to find a happier child than Helen was, only because of her teacher. ਉਸ ਦਿਨ ਹੈਲਨ ਨੂੰ ਇੰਨੀ ਖੁਸ਼ੀ ਮਿਲੀ ਔਰ ਸਿਰਫ ਇਹ ਉਸਦੇ ਟੀਚਰ ਦੇ ਸਦਕਾ ਹੋਇਆ ਸੀ, ਟੀਚਰ ਦੇ ਯਤਨਾਂ ਦੇ ਸਦਕਾ। ਔਰ ਇਸ ਦਾ ਸਾਰਾ ਕ੍ਰੈਡਿਟ ਆਪਣੇ ਟੀਚਰ ਨੂੰ ਦਿੰਦੀ ਸੀ ਉਹ।